फास्ट वे न्यूज़ ਤੇ मैं संजीव लहल ਅੱਜ ਜਨੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਤਹਿਸੀਲਦਾਰ ਸਾਹਿਬਾਨ ਨੇ ਔਰ ਨਾਇਬ ਤਹਿਸੀਲਦਾਰ ਸਾਹਿਬਾਨ ਨੇ ਸਟ੍ਰਾਈਕ ਤੇ ਚਲੇ ਗਏ ਨੇ ਕਿਉਂਕਿ ਗਵਰਨਮੈਂਟ ਆਫ ਪੰਜਾਬ ਵੱਲੋਂ 3 ਜਿਹੜੇ ਤਹਿਸੀਲਦਾਰ ਸਾਹਿਬਾਨ ਨੇ ਜਾਂ ਨਾਇਬ ਤਹਿਸੀਲਦਾਰ ਸਾਹਿਬਾਨ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਆ। ਉਹਨਾਂ ਦੇ ਉੱਤੇ ਜਿਹੜਾ ਪਰਚਾ ਹੈ ਉਹ ਰਜਿਸਟਰਡ ਹੋਇਆ ਹੈ। ਸੋ ਇਸ ਨੂੰ ਲੈ ਕੇ ਜਿਹੜੇ ਆਫੀਸਰ ਸਾਹਿਬਾਨ ਨੇ ਉਹ ਪੂਰੇ ਪੰਜਾਬ ਦੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਆ ਉਹਦੇ ਸੱਦੇ ਤੇ ਇਹਨਾਂ ਨੇ ਜਿਹੜਾ ਕੰਮਕਾਰ ਆ ਉਹ ਬਿਲਕੁਲ ਠੱਪ ਕਰ ਦਿੱਤਾ ਹੈ। ਤੁਸੀਂ ਦੇਖ ਪਾ ਰਹੇ ਹੋ ਮੈਂ ਇਸ ਵੇਲੇ ਮੌਜੂਦ ਹਾਂ ਪਾਇਲ ਦੇ ਐਸਡੀਐਮ ਕੰਪਲੈਕਸ ਦੇ ਬਿਲਕੁਲ ਬਾਹਰ ਜਿੱਥੇ ਕਿ ਨਾਇਬ ਸਾਹਿਬ ਤੇ ਤਹਿਸੀਲਦਾਰ ਸਾਹਿਬ ਬੈਠਦੇ ਨੇ ਤੇ ਇਸ ਵੇਲੇ ਜਿਹੜਾ ਸन्नाटा ਹੈ ਉਹ ਛਾਇਆ ਹੋਇਆ ਹੈ ਤੇ ਲੋਕੀ ਜਿਹੜੇ ਕੰਮਕਾਜ ਵਾਲੇ ਨੇ ਉਹ ਆ ਕੇ ਮੁੜਦੇ ਨੇ ਤੇ ਜਿਹੜੀ ਪਬਲਿਕ ਆ ਉਹ ਹੈਰਾਨ ਹੋ ਰਹੀ ਹੈ। ਸੋ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੀ ਕਹਿੰਦੇ ਨੇ ਲੋਕਾਂ ਦੀ ਕੀ ਓਪੀਨੀਅਨ ਆ। ਹਾਂਜੀ ਬਾਈ ਜੀ ਨਮਸਕਾਰ ਜੀ। नमस्कार जी। ਕੀ ਨਾਮ ਆ ਜੀ? अरुण कुमार जोशी जी। ਜੋਸ਼ੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿੱਦਾਂ ਕਿ ਤਹਿਸੀਲਦਾਰ ਸਾਹਿਬਾਨ ਨੇ ਜਿਹੜੇ ਔਰ ਨਾਇਬ ਤਹਿਸੀਲਦਾਰ ਸਾਹਿਬਾਨ ਨੇ ਇਹ ਸਟ੍ਰਾਈਕ ਕਰੀ ਇਹਨਾਂ ਦੀ ਜਾਣ ਨਾਲ ਆਮ ਪਬਲਿਕ ਦਾ ਜਿਹੜਾ ਕੰਮ ਬੰਦ ਹੋ ਗਿਆ ਕਿਉਂਕਿ ਇੱਕ ਤਾਂ ਰਜਿਸਟਰੀਆਂ ਦਾ ਕੰਮ ਬੰਦ ਹੋ ਗਿਆ, ਲੋਕਾਂ ਦੇ ਹਰਫੇ ਬਿਆਨ ਉਹ ਬੰਦ ਹੋ ਗਿਆ। ਪਬਲਿਕ ਹੈ ਜਿਹੜੀ ਬੜੀ ਹੈਰਾਨ ਹੋ ਰਹੀ ਹੈ। ਪਰ ਜੋ ਮਾਨ ਸਾਹਿਬ ਨੇ ਕੰਮ ਕੀਤਾ, ਪਰਚਾ ਦਿੱਤਾ ਨਾਇਬ ਤਹਿਸੀਲਦਾਰ ਤੇ ਜਾਂ ਤਹਿਸੀਲਦਾਰ ਤੇ, ਉਹ ਬਿਲਕੁਲ ਸਹੀ ਦਿੱਤਾ ਕਿਉਂਕਿ ਸਹੀ ਦਾ ਇਹ ਹੈ ਵੀ ਜੇ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਸਭ ਸੱਚੇ ਨੇ ਤਾਂ ਮਾਨਯੋਗ ਅਦਾਲਤ ਜੋ ਉਹਦਾ ਫੈਸਲਾ ਕਰੂਗੀ। ਜੇ ਹੱਕ 'ਚ ਆ ਗਿਆ ਤਾਂ ਇਮਾਨਦਾਰ ਨੇ, ਜੇ ਉਹਨਾਂ ਦੇ ਬਰਖਲਾਫ ਕੋਈ ਸਜ਼ਾ ਹੋ ਜਾਂਦੀ ਹੈ ਤਾਂ ਉਹ ਕਰਪਟ ਅਫਸਰ ਨੇ। ਇਸ ਕਰਕੇ ਮਾਨ ਸਰਕਾਰ ਜੋ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ। ਪਬਲਿਕ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜਿਹਦੇ ਨਾਲ ਆਮ ਪਬਲਿਕ ਦਾ ਵੀ ਭਲਾ ਹੋਵੇ, ਆਫੀਸਰ ਵੀ ਨੇਕ ਨੀਤੀ ਔਰ ਇਮਾਨਦਾਰੀ ਨਾਲ ਕੰਮ ਕਰਨ ਜਿਹਦੇ ਨਾਲ ਆਮ ਪਬਲਿਕ ਨੂੰ ਬੜਾ ਫਾਇਦਾ ਹੋਊਗਾ। ਜੋਸ਼ੀ ਸਾਹਿਬ ਕੀ ਦੇਖ ਪਾ ਰਹੇ ਹੋ ਜਿੱਦਾਂ ਤੁਸੀਂ ਕਿਹਾ ਵੀ ਪਬਲਿਕ ਸਾਥ ਦੇਵੇ। ਪਬਲਿਕ ਤਾਂ ਜੇ ਪਬਲਿਕ ਨੇ ਸਾਥ ਦਿੱਤਾ ਤਾਂ ਜਿਹੜੀ ਸਰਕਾਰ ਆ ਇੱਕ ਨਵੀਂ ਸਰਕਾਰ ਸੱਤਾ ਦੇ ਵਿੱਚ ਆਈ ਆ ਤੇ ਜਿਹੜਾ ਸਾਥ ਨਹੀਂ ਦੇ ਰਹੇ ਤਾਂ ਸਰਕਾਰੀ ਕਰਮਚਾਰੀ ਨਹੀਂ ਦੇ ਰਹੇ। ਹਾਂਜੀ ਹਾਂ। ਕਿਤੇ ਪਟਵਾਰੀ ਸਾਹਿਬ ਜੇ ਪਟਵਾਰੀ ਦੇ ਉੱਤੇ ਪਰਚਾ ਹੋ ਜਾਂਦਾ ਤਾਂ ਪਟਵਾਰੀ ਕੰਮ ਛੱਡ ਦਿੰਦੇ ਨੇ। ਜੇ ਹੁਣ ਤਹਿਸੀਲਦਾਰ ਸਾਹਿਬਾਨ ਤੇ ਪਰਚਾ ਹੋ ਗਿਆ ਜਾਂ ਨਾਇਬ ਤਹਿਸੀਲਦਾਰ ਤੇ ਹੋ ਗਿਆ ਤਾਂ ਤਹਿਸੀਲਦਾਰਾਂ ਨੇ ਕੰਮ ਛੱਡਤਾ। ਕੀ ਲੱਗਦਾ ਹੈ ਇਹ ਲੋਕਾਂ ਦੇ ਸੇਵਾਦਾਰ ਹੈਗੇ ਨੇ ਜਾਂ ਨਹੀਂ? ਇਹ ਬਿਲਕੁਲ ਨਹੀਂ ਤਾਂ ਫਿਰ ਇਹਨਾਂ ਦੀ ਮਨਮਾਨੀ ਹੈ ਕਿਉਂਕਿ ਦੇਖੋ ਸਰਕਾਰ ਦੇ ਮੁਲਾਜ਼ਮ ਨੇ 24 ਆਵਰ ਦੇ, ਪਰ ਇਹ ਜਦੋਂ ਸਟ੍ਰਾਈਕ ਕਰ ਦਿੰਦੇ ਨੇ ਇਹਨਾਂ ਦੀਆਂ ਐਸੋਸੀਏਸ਼ਨ ਬਣੀਆਂ ਹੋਈਆਂ ਨੇ ਇਹ ਕਾਲ ਕਰ ਦਿੰਦੇ ਨੇ। ਉਹਦੇ ਕਾਲ ਕਰਨ ਤੇ ਸਾਰੇ ਪੰਜਾਬ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਸਟ੍ਰਾਈਕ ਕਰ ਦਿੰਦਾ ਜਿਹਦੇ ਨਾਲ ਆਮ ਪਬਲਿਕ ਖੱਜਲ ਹੈਰਾਨ ਹੁੰਦੀ ਹੈ। ਇਹਨਾਂ ਨੂੰ ਆਮ ਪਬਲਿਕ ਨਾਲ ਜਾਂ ਸਰਕਾਰ ਨਾਲ ਕੋਈ ਪਿਆਰ ਨਹੀਂ ਗਾ। ਉਹਦਾ ਕਾਰਨ ਹੈ ਵੀ ਇਹ ਤਹਿਸੀਲ ਦੇ ਵਿੱਚ ਇਹ ਆਪਣੀ ਮਨਮਾਨੀ ਕਰਦੇ ਨੇ। ਕਦੇ ਹੜਤਾਲ ਕਰਤੀ, ਕਦੇ ਪਟਵਾਰੀ ਚਲੇ ਗਿਆ, ਕਦੇ ਕੰਨ ਕੋਈ ਚਲੇ ਗਿਆ, ਕਦੇ ਨਾਇਬ ਸਾਹਿਬ ਚਲੇ ਗਿਆ, ਕਦੇ ਨਾਇਬ ਤਹਿਸੀਲਦਾਰ ਚਲੇ ਗਿਆ, ਕਦੇ ਤਹਿਸੀਲਦਾਰ ਚਲਿਆ ਗਿਆ। ਆਮ ਪਬਲਿਕ ਇਹਦੇ ਨਾਲ ਹੈਰਾਨ ਹੁੰਦੀ ਹੈ। ਸਰਕਾਰ ਦਾ ਜੇ ਸਾਥ ਦੇਣ ਸਰਕਾਰ ਦੇ ਨੌਕਰ ਨੇ, ਪਰ ਇਹ ਤਾਂ ਆਪਣੇ ਆਪ ਨੂੰ ਸਰਕਾਰ ਦੇ ਨੌਕਰ ਨਹੀਂ ਮੰਨਦੇ ਕਿਉਂਕਿ ਜਦੋਂ ਹੜਤਾਲ ਕਰਦੇ ਨੇ ਫਿਰ ਸਰਕਾਰ ਦੇ ਨੌਕਰ ਕਾਹਦੇ ਹੋ ਗਏ? ਕੀ ਮੰਨਦੇ ਨੇ ਆਪਣੇ ਆਪ ਨੂੰ ਵੀ ਅਸੀਂ ਸਰਕਾਰ ਦੇ ਕੀ ਆ? ਇਹ ਸਰਕਾਰ ਨੂੰ ਤਾਂ ਸਮਝਦੇ ਨਹੀਂ ਤਾਂ ਇਹ ਕਹਿੰਦੇ ਵੀ ਸਾਡੇ ਜੋ ਅਸੀਂ ਕਰਤਾ ਉਹ ਠੀਕ ਹੈ। ਚਾਹੇ ਥਾਣੇ ਚਲੇ ਜਾਵੋ, ਚਾਹੇ ਤਹਿਸੀਲ ਚਲੇ ਜਾਵੋ, ਚਾਹੇ ਕਿਤੇ ਵੀ ਚਲੇ ਜਾਵੋ, ਪੰਜਾਬ ਸਰਕਾਰ ਦੇ ਜਿੰਨੇ ਵੀ EMPLOYE ਨੇ, ਕੋਈ ਆਫੀਸਰ ਹੈ ਚਾਹੇ ਆਫੀਸਰ ਹੈ, ਉਹ ਆਪਣੇ ਆਪ ਨੂੰ ਐ ਸੋਚਦੇ ਵੀ ਮੈਂ ਇੱਥੇ ਦਾ ਰਾਜਾ। ਸਰਕਾਰ ਨਾਲ ਦੀ ਤਾਂ ਚੀਜ਼ ਨਹੀਂ ਕਿਉਂਕਿ ਜੇ ਸਰਕਾਰ ਦਾ ਨਾ ਡਰ ਹੋਵੇ ਤਾਂ ਨਾ ਤਾਂ ਇਹ ਸਟ੍ਰਾਈਕ ਦੇ ਭੱਜਣ, ਨਾ ਸਰਕਾਰ ਦੇ ਖਿਲਾਫ ਬਗਾਵਤ ਕਰਨ। ਇਹ ਬਗਾਵਤ ਇੱਕ ਕਿਸਮ ਦੀ ਸਰਕਾਰ ਦੇ ਡਿਸਓਬੇ ਕਰ ਰਹੇ ਨੇ ਆਰਡਰ ਨੂੰ। ਜੇ ਇਹ ਸਰਕਾਰ ਨੂੰ ਮੰਨਣ ਤਾਂ ਉਹਦੇ ਆਰਡਰਾਂ ਨੂੰ ਇਹ ਡਿਸਓਬੇ ਨਹੀਂ ਕਰਨਗੇ, ਉਹਦੀ ਕੰਪਲਾਇੰਸ ਕਰਨਗੇ ਕਿਉਂਕਿ ਸਬਆਰਡੀਨੇਟ ਨੇ ਇਹ ਸਰਕਾਰ ਦੇ, ਨਾ ਕਿ ਉਹਨਾਂ ਦੇ ਇਹ ਸੁਪੀਰੀਅਰ ਬੌਸ ਨੇ। ਇਸ ਕਰਕੇ ਸਰਕਾਰ ਨੂੰ ਸਖਤੀ ਕਰਨੀ ਪਊਗੀ ਜਿਹਦੇ ਨਾਲ ਇਹ ਜਿਹੜੇ EMPLOYE ਨੇ ਤਾਂ ਠੀਕ ਹੋਣਗੇ। ਅਦਰਵਾਈਜ਼ ਇਹ ਜਿਹੜੇ ਅਫਸਰ ਆਪਣੇ ਆਪ ਨੂੰ ਸਮਝਦੇ ਸਾਡਾ ਦਫ਼ਤਰ ਹੈ ਤਾਂ ਫਿਰ ਇਹ ਕੰਮ ਇਸੇ ਤਰ੍ਹਾਂ ਚੱਲੂਗਾ। ਨਾ ਕਰਪਸ਼ਨ ਹਟੀ ਹੈ, ਨਾ ਇਹ ਪਬਲਿਕ ਦਾ ਸਾਥ ਦੇ ਰਹੇ ਨੇ, ਨਾ ਗਵਰਨਮੈਂਟ ਦਾ ਸਾਥ ਦੇ ਰਹੇ। ਕੀ ਲੱਗਦਾ ਸਰਕਾਰ ਨੂੰ ਸਖਤ ਐਕਸ਼ਨ ਦੀ ਜ਼ਰੂਰਤ ਹੈਗੀ ਆ? ਜਿੱਦਾਂ ਕਿ ਬਿਲਕੁਲ ਜੇ ਸਰਕਾਰ ਸਖਤ ਐਕਸ਼ਨ ਲਊਗੀ, ਜਿਹੜਾ ਬੰਦਾ ਆਪਣੇ ਡਿਊਟੀ ਤੋਂ ਸਟ੍ਰਾਈਕ ਕਰਦਾ ਉਹਨੂੰ ਸਸਪੈਂਡ ਕਰ ਦੇਣ, ਟਰਮੀਨੇਟ ਕਰ ਦੇਣ, ਇਹ ਸਭ ਤੋਂ ਬੈਸਟ ਸੋਲੂਸ਼ਨ ਹੈ। ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਤਨਖਾਹ ਪੂਰੀ ਮਿਲਦੀ ਹੈ, ਕੰਮ ਕਰਦੇ ਨਹੀਂ। ਕੰਮ ਨਹੀਂ ਹੁੰਦਾ ਪਬਲਿਕ ਸਫਰ ਹੁੰਦੀ ਹੈ। ਕੀ ਹੈ ਸਰਕਾਰ ਦੇ ਉੱਤੇ ਜਿੱਦਾਂ ਹੁਣ ਲੋਕੀ ਖੱਜਲ ਖੁਆਰ ਹੋ ਰਹੇ ਨੇ, ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣਾ ਹੋ ਗਿਆ ਹੈ? ਹਾਂਜੀ ਹਾਂ ਬਿਲਕੁਲ। ਦੇਖੋ ਜਿਹੜਾ ਪਬਲਿਕ ਹੈਰਾਨ ਹੋ ਰਹੀ ਆ, ਹੁਣ ਪਬਲਿਕ ਕਿੱਥੇ ਜਾਊਗੀ? ਅਰੇ ਇਹ ਸਰਕਾਰ ਤੇ ਪ੍ਰੈਸ਼ਰ ਬਣਾਉਂਦੇ ਨੇ ਵੀ ਅਸੀਂ ਸਾਰੇ ਪੰਜਾਬ 'ਚ ਸਟ੍ਰਾਈਕ ਦੇ, ਜਿਹਦੇ ਨਾਲ ਆਮ ਪਬਲਿਕ ਨੂੰ ਨੁਕਸਾਨ ਹੋ ਰਿਹਾ। ਸੋ ਕੀ ਚਾਹੁੰਦੇ ਹੋ ਤੁਸੀਂ?
ਮੈਂ ਤਾਂ ਇਹੀ ਚਾਹੁੰਦਾ ਵੀ ਸਰਕਾਰ ਸਖਤ ਐਕਸ਼ਨ ਲਵੇ ਇਹਨਾਂ ਉੱਤੇ, ਜਿਹੜੀ ਇਹਨਾਂ ਦੀ ਮੋਨੋਪੋਲੀ ਉਹਨੂੰ ਖਤਮ ਕਰਿਆ ਜਾਵੇ, ਕਿਉਂਕਿ ਤਾਂ ਸਰਕਾਰ ਦੇ ਸਬੋਰਡੀਨੇਟ ਨੇ। ਜੇ ਹੁਣ ਸਬੋਰਡੀਨੇਟ ਨਹੀਂ ਵਰਕ ਕਰੂਗਾ ਫਿਰ ਅਸੀਂ ਥੋੜੀ ਪ੍ਰਾਈਵੇਟ ਬੰਦੇ ਥੋੜੀ ਕਰਨਗੇ ਵਰਕ। ਇਹਨੂੰ ਤਨਖਾਹ ਦਿੰਦੀ ਸਰਕਾਰ, ਇਹਨੇ ਤਨਖਾਹ ਬੰਦ ਕਰ ਦੇਣ, ਇਹਨੂੰ ਟਰਮੀਨੇਟ ਕਰ ਦੇਣ, ਕਿਉਂਕਿ ਹੋਰ ਅਨਐਮਪਲੋਇਮੈਂਟ ਬਹੁਤ ਹੈ। ਨਵੇਂ ਲੜਕਿਆਂ ਨੂੰ ਚਾਂਸ ਦਿਓ, ਇਹਨਾਂ ਨੂੰ ਕੰਪਲਸਰੀ ਰਿਟਾਇਰ ਕਰ ਦੇਣਾ ਚਾਹੀਦਾ। ਕੀ ਲੱਗਦਾ ਵੀ ਜੇਕਰ ਇਹਨਾਂ ਦੇ ਉੱਤੇ ਐਕਸ਼ਨ ਹੁੰਦਾ ਤਾਂ ਨਵਿਆਂ ਨੂੰ ਮੌਕਾ ਮਿਲੂਗਾ? ਬਿਲਕੁਲ। ਜੇ ਦੇਖੋ ਜਿਹੜੇ ਪੁਰਾਣੇ ਬੰਦੇ ਨੇ ਜਿਨ੍ਹਾਂ ਨੇ ਆਪਣੀ ਮੋਨੋਪੋਲੀ ਬਣਾਈ ਹੋਈ ਹੈ, ਕਰਪਸ਼ਨ ਨਹੀਂ ਛੱਡਦੇ ਜਾਂ ਸਟ੍ਰਾਈਕ ਕਰਦੇ ਨੇ, ਤਾਂ ਨਵੇਂ ਜਿਹੜੇ ਬੱਚੇ ਨੇ ਉਹਨਾਂ ਨੂੰ ਮੌਕਾ ਮਿਲੂਗਾ। ਪੜ੍ਹੇ ਲਿਖੇ ਨੇ, ਇਹਨਾਂ ਤੋਂ ਵੱਧ ਪੜ੍ਹੇ ਲਿਖੇ ਵੀ ਹੈਗੇ, ਇਹ ਤਾਂ ਨਹੀਂ ਵੀ ਇਹੀ ਪੜ੍ਹੇ ਲਿਖੇ ਨੇ ਪੰਜਾਬ 'ਚ, ਇਹਨਾਂ ਤੋਂ ਵੱਧ ਪੜ੍ਹੇ ਲਿਖੇ ਵੀ ਹੈਗੇ, ਉਹਨਾਂ ਨੂੰ ਮੌਕਾ ਮਿਲੂਗਾ ਔਰ ਇਹਨਾਂ ਦੀ ਮੋਨੋਪੋਲੀ ਖਤਮ ਹੋਊਗੀ। ਮੇਰੀ ਤਾਂ ਸਰਕਾਰ ਨੂੰ ਇਹੀ ਰਿਕੁਐਸਟ ਹੈ ਵੀ ਇਹਨਾਂ ਦੀ ਮੋਨੋਪੋਲੀ ਖਤਮ ਹੋਊਗੀ ਤਾਂ ਇਹ ਪ੍ਰੋਪਰ ਵਰਕ ਕਰਨਗੇ। ਇਹਨਾਂ ਦੇ ਆਉਣ ਦਾ ਜਾਣ ਦਾ ਕੋਈ ਟਾਈਮ ਨਹੀਂਗਾ। ਇਹ ਜਦ ਚਾਹ ਪੀ ਰਹੇ ਨੇ, ਸਾਹਿਬ ਦੱਸੋ, ਸਾਹਿਬ ਦਾ ਚਾਹ ਦਾ ਕੋਈ ਟਾਈਮ ਹੁੰਦਾ? ਇਹ ਥੋੜੀ ਵੀ 11:30 ਵਜੇ ਚਾਹ ਪੀਣ ਲੱਗ ਜਾਓ, 3 ਵਜੇ ਚਾਹ ਪੀਣ ਲੱਗ ਜਾਓ, ਜਾਂ ਕੋਈ ਗੈਸਟ ਆ ਗਿਆ 6 ਕੱਪ ਚਾਹ ਆ ਗਏ, 3 ਘੰਟੇ ਬੈਠੇ ਰਹਿੰਦੇ ਨੇ ਅੰਦਰ। ਆਮ ਪਬਲਿਕ ਬਾਹਰ ਪਸੀਨੇ 'ਚ ਖੜੀ ਹੈ, ਗਰਮੀ 'ਚ ਖੜੀ, ਆਪ ਅੰਦਰ ਏਸੀ ਲਈ ਬੈਠੇ। ਕੀ ਲੱਗਦਾ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ? ਬਿਲਕੁਲ ਬਿਲਕੁਲ। ਜੇ ਸਰਕਾਰ ਜੇਕਰ ਟੀ ਬ੍ਰੇਕ, ਲੰਚ ਬ੍ਰੇਕ, ਇਹ ਹਦਾਇਤਾਂ ਹੋਣੀਆਂ ਚਾਹੀਦੀਆਂ ਨੇ, ਲਿਖੀਆਂ ਹੋਣੀਆਂ ਚਾਹੀਦੀਆਂ ਨੇ ਬਾਹਰ। ਦੇਖੋ ਜਿਹੜੀਆਂ ਟੀ ਬ੍ਰੇਕ ਦਾ ਟਾਈਮ ਹੈ ਜਾਂ ਲੰਚ ਬ੍ਰੇਕ ਦਾ ਟਾਈਮ ਹੈ, ਸਰਕਾਰ ਵੱਲੋਂ ਇਹ ਟਾਈਮ ਮੁਕਰਰ ਹੈ, ਪਰ ਸਰਕਾਰ ਦਾ ਕੋਈ ਵੀ ਆਫਿਸਰ ਹੈ ਜਿਹੜਾ ਮੰਨ ਲਓ ਡੀਸੀ ਸਾਹਿਬ ਨੇ, ਕਮਿਸ਼ਨਰ ਸਾਹਿਬ ਨੇ, ਕਦੇ ਉਹ ਆ ਕੇ ਚੈੱਕ ਨਹੀਂ ਕਰਦੇ ਵੀ ਤਹਿਸੀਲਦਾਰ ਸਾਹਿਬ ਕਿੰਨੀ ਵਾਰ ਚਾਹ ਪੀਂਦੇ ਨੇ। ਜਦ ਇਹਨਾਂ ਦਾ ਲੰਚ ਬ੍ਰੇਕ ਹੈ, ਜਦ ਇਹਨਾਂ ਦਾ ਮਨ ਕਰਦਾ 3 ਵਜੇ ਲੰਚ ਦਾ ਮੁੰਡੂ ਕਿਹੜਾ ਟਾਈਮ ਹੈ, ਲੰਚ ਆ ਜਾਂਦਾ, ਮੁੰਡਾ ਲਾ ਲੈਂਦੇ, ਅੰਦਰ ਬੈਠ ਕੇ ਲੰਚ ਕਰਦੇ ਨੇ। ਜਾਂ ਜੀ ਕਰਦੇ 6 ਬੰਦੇ ਆ ਗਏ ਚਾਹ ਪੀਣ ਲੱਗ ਗਏ। ਇਹ ਇਹਨਾਂ ਦਾ ਆਪਣਾ ਟਾਈਮ ਟੇਬਲ ਹੈ, ਨਾ ਕਿ ਗਵਰਨਮੈਂਟ ਦਾ ਜਿਹੜਾ ਟਾਈਮ ਟੇਬਲ ਹੈ ਉਹਦੇ ਮੁਤਾਬਕ ਟੀ ਬ੍ਰੇਕ ਜਾਂ ਲੰਚ ਬ੍ਰੇਕ ਕਰਦੇ। ਥੈਂਕ ਯੂ ਜੀ। ਸੋ ਅਸੀਂ ਗੱਲਬਾਤ ਕੀਤੀ ਹੈ ਇੱਥੇ ਸ੍ਰੀ ਜੋਸ਼ੀ ਜੀ ਜਿਹੜੇ ਕਿ ਪਾਇਲ ਦੇ ਰਹਿਣ ਵਾਲੇ ਨੇ, ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੁੰਦੀ ਆ ਤਾਂ ਉਹ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਕੰਮ ਬੰਦ ਕਰ ਦਿੰਦੇ ਨੇ, ਜਿਸ ਦੇ ਨਾਲ ਜਿਹੜੀ ਆਮ ਜਨਤਾ ਹੈ ਉਹ ਹੈਰਾਨ ਹੁੰਦੀ ਆ, ਪਰੇਸ਼ਾਨ ਹੁੰਦੀ ਆ। ਸੋ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ ਲੋਕਾਂ ਦੇ ਅੱਗੇ ਝੁਕਣ ਦੀ ਲੋੜ ਨਹੀਂ, ਬਲਕਿ ਇਹਨਾਂ ਦੇ ਉੱਤੇ ਸਖਤ ਕਾਰਵਾਈ ਦੀ ਜ਼ਰੂਰਤ ਆ। ਸੋ ਇੱਕ ਵਾਰੀ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ। ਮੌਜੂਦ ਆ ਪਾਇਲ ਐਸਡੀਐਮ ਕੰਪਲੈਕਸ ਦੇ ਬਾਹਰ, ਤਹਿਸੀਲ ਕੰਪਲੈਕਸ ਕਿਹਾ ਜਾ ਸਕਦਾ ਹੈ। ਸੋ ਤਸਵੀਰਾਂ ਦਿਖਾਉਂਦੇ ਆ ਜਿੱਥੇ ਕਿ ਪੂਰਾ ਜਿਹੜਾ ਸन्नाटा ਹੈ ਉਹ ਛਾਇਆ ਹੋਇਆ ਹੈ, ਕਿਉਂਕਿ ਤਹਿਸੀਲਦਾਰ ਸਾਹਿਬਾਨ ਔਰ ਨਾਇਬ ਤਹਿਸੀਲਦਾਰ ਸਾਹਿਬਾਨ 6 ਤਰੀਕ ਤੱਕ 1 ਜੂਨ ਤੋਂ ਲੈ ਕੇ 6 ਜੂਨ ਤੱਕ ਮੁਕੰਮਲ ਹੜਤਾਲ ਤੇ ਨੇ, ਜਿਸ ਦੇ ਨਾਲ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ, ਆ ਕੇ ਮੁੜ ਰਹੇ ਨੇ। ਜਿਹੜੇ ਲੋਕਾਂ ਨੂੰ ਪਤਾ ਲੱਗਦਾ ਹੈ, ਖਬਰਾਂ ਦੇ ਰਸਤੇ ਪਤਾ ਲੱਗਦਾ, ਉਹ ਘਰ ਹੀ ਬੈਠੇ ਨੇ। ਪਰ ਇੱਕ ਵੱਡਾ ਸਵਾਲੀਆ ਨਿਸ਼ਾਨ ਬਣ ਜਾਂਦਾ ਹੈ ਕਿ ਜੇਕਰ ਕੋਈ ਬੰਦਾ ਨੌਕਰੀ ਕਰਦਾ ਤਾਂ ਉਹ ਕਿਵੇਂ ਆਪਣੀਆਂ ਮਨਮਰਜ਼ੀਆਂ ਕਰਦਾ, ਜਿਹੜੇ ਬੇਰੁਜ਼ਗਾਰ ਨੇ ਉਹ ਕਿਸ ਤਰ੍ਹਾਂ ਧੱਕੇ ਖਾ ਰਹੇ ਨੇ, ਜਿਨ੍ਹਾਂ ਨੂੰ ਰੁਜ਼ਗਾਰ ਮਿਲਦਾ ਉਹ ਕਿਸ ਤਰ੍ਹਾਂ ਚੰਮਦੀਆਂ ਚਲਾਉਂਦੇ ਨੇ। ਸੋ ਇੱਕ ਵਾਰੀ ਫਿਰ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਪਾਇਲ ਤਹਿਸੀਲ ਕੰਪਲੈਕਸ ਦੀਆਂ। ਤੁਸੀਂ ਦੇਖ ਪਾ ਰਹੇ ਹੋ ਇਹ ਪਾਇਲ ਦਾ ਤਹਿਸੀਲ ਕੰਪਲੈਕਸ ਆ, ਜਿੱਥੇ ਕਿ ਜਿਹੜਾ ਸन्नाटा ਹੈ ਉਹ ਛਾਇਆ ਹੋਇਆ ਹੈ। ਸੋ ਜਿਹੜੇ ਮੁਲਾਜ਼ਮ ਲੋਕ ਨੇ ਉਹ ਕੰਮ ਕਰਵਾਉਣ ਲਈ ਆਉਂਦੇ ਨੇ ਤੇ ਜਦੋਂ ਦੇਖਦੇ ਨੇ ਕਿ ਇੱਥੇ ਅੱਜ ਮੁਲਾਜ਼ਮ ਨਹੀਂ ਤਾਂ ਮੁੜ ਜਾਂਦੇ ਨੇ, ਹਰਾਸ਼ ਹੋ ਕੇ ਮੁੜ ਜਾਂਦੇ ਨੇ, ਹਰਾਸ ਤੇ ਨਾਰਾਜ਼ ਹੋ ਕੇ। ਤੁਸੀਂ ਜੁੜੇ ਰਹੋ ਫਾਸਟਵੇ ਨਿਊਜ਼ ਦੇ ਨਾਲ। ਮੈਂ ਆ ਸੰਜੀਵ ਲਹਿਲ, ਲੋਕਾਂ ਦੇ ਹੱਕ ਦੀ ਆਵਾਜ਼ ਫਾਸਟਵੇ ਨਿਊਜ਼, ਤੇ ਮੈਂ ਆ ਸੰਜੀਵ ਲਹਿਲ। ਪੰਜਾਬ ਦੇ ਵਿੱਚ ਜਿਹੜੀਆਂ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਨੇ ਉਸ ਦਾ ਕੰਮ ਆ ਜਿਹੜਾ ਮੁਕੰਮਲ ਤੌਰ ਤੇ 6 ਜੂਨ ਤੱਕ ਬੰਦ ਹੋ ਚੁੱਕਾ ਹੈ। ਸੋ ਇਸ ਵੇਲੇ ਮੇਰੇ ਨਾਲ ਜੁੜਦੇ ਨੇ ਪਾਇਲ ਤੋਂ ਨਾਇਬ ਤਹਿਸੀਲਦਾਰ ਸ਼੍ਰੀ ਜਗਦੀਪ ਇੰਦਰ ਸਿੰਘ ਸੋਢੀ ਜੀ। ਸੋ ਕਰਦੇ ਆ ਗੱਲਬਾਤ, ਕੀ ਕਾਰਨ ਹੈ ਕਿ ਜਿਨ੍ਹਾਂ ਕਰਕੇ ਕਿ ਤਹਿਸੀਲਾਂ ਦੇ ਵਿੱਚ ਅੱਜ ਰਜਿਸਟਰੀਆਂ ਨਹੀਂ ਹੋ ਰਹੀਆਂ। 6 ਤਰੀਕ ਤੱਕ ਜਿਹੜੀਆਂ ਰਜਿਸਟਰੀਆਂ ਨੇ ਉਹ ਮੁਲਤਵੀ ਹੋ ਚੁੱਕੀਆਂ ਨੇ। ਹਾਂਜੀ, ਨਮਸਕਾਰ ਜੀ। ਨਮਸਕਾਰ ਜੀ ਸਰ, ਕੀ ਕਾਰਨ ਆ ਵੀ ਅੱਜ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਹੋ ਚੁੱਕੀਆਂ ਨੇ, ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ? ਜਿਹੜੇ ਲੋਕ ਖੱਜਲ ਖੁਆਰ ਹੋ ਰਹੇ ਆ ਉਹਨਾਂ ਵਾਸਤੇ ਤਾਂ ਸਾਨੂੰ ਬਹੁਤ ਦੁੱਖ ਹੈ ਤੇ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਦੇ ਹਾਂ ਕਿ ਅਸੀਂ ਉਹਨਾਂ ਦਾ ਕੋਈ ਕੰਮ ਨਹੀਂ ਕਰ ਪਾ ਰਹੇ, ਪਰ ਸਾਡੀ ਬਹੁਤ ਵੱਡੀ ਮਜਬੂਰੀ ਹੋ ਗਈ ਹੈ ਕਿਉਂਕਿ ਸਰਕਾਰ ਵੱਲੋਂ ਸਾਡੇ 2 ਤਹਿਸੀਲਦਾਰ ਸਾਹਿਬਾਨ ਸ਼੍ਰੀ ਜੀਵਨ ਗਰਗ ਜੀ ਤੇ ਸਰਦਾਰ ਮਹਿੰਦਰ ਸਿੰਘ ਜੀ,
ਇਹਨਾਂ ਨੂੰ ਤੁਰੰਤ ਭਾਰਤ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹਦਾ ਜਿਹੜਾ ਐਨਓਸੀ ਦੇ ਸੰਬੰਧ ਦੇ ਸਰ ਕਾਰਨ ਕੀ ਆ ਜਿਹੜਾ ਇਹਨਾਂ ਨੂੰ? ਕਾਰਨ ਇਹੀ ਹੈ ਕਿ ਸਰਕਾਰ ਨੇ ਜੋ ਐਨਓਸੀ ਬਾਰੇ ਕੋਈ ਕਲੀਅਰ ਕੱਟ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਜੇ ਅਸੀਂ ਰਜਿਸਟ੍ਰੇਸ਼ਨ ਐਕਟ ਦਾ ਪੁਰਾਣਾ ਪੜ੍ਹਦੇ ਹਾਂ ਤਾਂ ਸੈਂਟਰ ਦੇ ਅੰਡਰ ਆਉਂਦਾ, ਉਹਦੇ ਅਧੀਨ ਇਹ ਰਜਿਸਟਰੀਆਂ ਹੋ ਸਕਦੀਆਂ। ਪੰਜਾਬ ਸਰਕਾਰ ਵੱਲੋਂ ਚਿੱਠੀ ਕੱਢੀ ਗਈ ਹੈ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ, ਪਰ ਉਹਦੀਆਂ ਕਲੀਅਰ ਕੱਟ ਹਾਲੇ ਤੱਕ ਨੋਟੀਫਿਕੇਸ਼ਨ ਹਦਾਇਤਾਂ ਜਾਰੀ ਨਹੀਂ ਹੋਈਆਂ। ਉਸ ਐਨਓਸੀ ਦਾ ਬਹਾਨਾ ਬਣਾ ਕੇ 2 ਤਹਿਸੀਲਦਾਰ ਮੁਅੱਤਲ ਕਰ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਇੱਕ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਜੋ ਲੱਗੇ ਹੋਏ ਸੀ ਜੀਰਕਪੁਰ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ ਮੁਅੱਤਲ ਕਰ ਦਿੱਤਾ ਗਿਆ। ਤੇ ਇਸ ਅਸੀਂ ਰੋਸ ਦੇ ਵਿੱਚ ਕਰਕੇ ਅਸੀਂ ਇਸ ਪੰਜਾਬ ਦੇ ਵਿੱਚ ਸਾਰੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਿੰਨੇ ਵੀ ਹੈਗੇ ਨੇ ਡੀਆਰਓ ਸਾਹਿਬਾਨ ਸਾਰਿਆਂ ਨੇ ਪੰਜਾਬ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਧੰਮ ਜੀ ਦੀ ਅਗਵਾਈ ਦੇ ਵਿੱਚ ਇਹ ਸਾਰਿਆਂ ਨੇ ਸਰਬਸੰਮਤੀ ਨਾਲ ਨਿਰਣਾ ਲਿਆ ਕਿ ਅਸੀਂ 1 ਜੂਨ 6 ਤੋਂ 6 ਜੂਨ 6 ਤੱਕ ਇਸ ਜੋ ਸਾਡੇ ਨਾਲ ਇਹ ਮਤਲਬ ਮੁਅੱਤਲੀ ਦਾ ਮਤਲਬ ਕਾਰਨ ਸਰਕਾਰ ਵੱਲੋਂ ਕੀਤਾ ਗਿਆ ਹੈ, ਉਹਦੇ ਰੋਸ ਦੇ ਵਿੱਚ ਅਸੀਂ ਸਮੂਹਿਕ ਛੁੱਟੀ ਤੇ ਜਾ ਰਹੇ ਹਾਂ। ਸਰ ਜਿਹੜੀ ਤੁਹਾਡੀ ਪੋਸਟ ਆ ਬੜੀ ਵੱਡੀ ਪੋਸਟ ਆ, ਗਸਟਡ ਵੱਡਾ ਅਹੁਦਾ ਹੈ, ਕੀ ਲੋਕਾਂ ਦੀਆਂ ਜਿਹੜਾ ਇੱਕ ਸਰਕਾਰੀ ਅਧਿਕਾਰੀ ਆ ਉਹ ਆਪਣੀ ਮਨਮਰਜ਼ੀ ਹੀ ਚਾਹੁੰਦਾ ਵੀ ਮਤਲਬ ਜਿਹੜੀ ਲੋਕਾਂ ਦੀਆਂ ਸਮੱਸਿਆਵਾਂ ਉਹ ਸਮੱਸਿਆਵਾਂ ਕਿਉਂ ਨਹੀਂ ਦੇਖ ਰਹੇ ਅੱਜ? ਸਾਨੂੰ ਲੋਕਾਂ ਨਾਲ ਮਤਲਬ ਜੋ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਅਸੀਂ ਮਤਲਬ ਫਿਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਮਾਫੀ ਮੰਗਦੇ ਹਾਂ, ਪਰ ਸਰਕਾਰ ਨਾਲ ਅਸੀਂ ਬਾਰ-ਬਾਰ ਮੀਟਿੰਗਾਂ ਕੀਤੀਆਂ। ਸਾਡੇ ਪੰਜਾਬ ਪ੍ਰਧਾਨ ਸਾਹਿਬ ਨੇ ਸਰਕਾਰ ਦੇ ਧਿਆਨ ਵਿੱਚ ਬਾਰ-ਬਾਰ ਲਿਆਂਦਾ ਹੈ, ਸਰਕਾਰ ਬਣਨ ਤੋਂ ਬਾਅਦ ਵੀ ਧਿਆਨ 'ਚ ਲਿਆਂਦਾ ਹੈ ਕਿ ਇਹਦੇ ਸੰਬੰਧੀ ਕੋਈ ਕਲੀਅਰ ਕੱਟ ਇੰਸਟਰਕਸ਼ਨਸ ਬਣਾ ਲਓ, ਕੋਈ ਹਦਾਇਤਾਂ ਨੋਟੀਫਿਕੇਸ਼ਨ ਜਾਰੀ ਕਰ ਲਓ ਤੇ ਇੱਦਾਂ ਸਾਡੇ ਬੰਦਿਆਂ ਨੂੰ ਮੁਅੱਤਲ ਨਾ ਕੀਤਾ ਜਾਵੇ। ਸਰ ਕੀ ਸਰਕਾਰ ਦਾ ਫੈਸਲਾ ਤੁਸੀਂ ਗਲਤ ਮੰਨਦੇ ਹੋ ਕਿ ਜੋ ਸਰਕਾਰ ਫੈਸਲੇ ਲੈ ਰਹੀ ਆ, ਡਿਸੀਜਨ ਲੈ ਰਹੀ ਆ, ਉਹ ਗਲਤ ਲੈ ਰਹੀ ਹੈ ਜੀ? ਸਰਕਾਰ ਡਿਸੀਜਨ ਜਿਹੜੇ ਹੈ ਅਸੀਂ ਸਰਕਾਰ ਨੂੰ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਜਿਹੜੀ ਐਨਓਸੀ ਹੈ ਇਹਦੇ ਬਾਰੇ ਜੋ ਜ਼ਿੰਮੇਵਾਰ ਮਹਿਕਮੇ ਹੈ ਉਹਨਾਂ ਤੋਂ ਕੁਝ ਨਹੀਂ ਪੁੱਛਿਆ ਜਾਂਦਾ। ਜਿੱਦਾਂ ਪੁੱਡਾ ਹੈਗਾ ਜਾਂ ਕਾਰਪੋਰੇਸ਼ਨ ਦੇ ਮਹਿਕਮੇ ਨੇ, ਜੇ ਅਗਰ ਕੋਈ ਮਤਲਬ ਕਿ ਉੱਥੇ ਕੋਈ ਅਣਅਧਿਕਾਰਤ ਕਲੋਨੀ ਕੱਟੀ ਜਾ ਰਹੀ ਹੈ ਤਾਂ ਇਹ ਸੰਬੰਧਿਤ ਮਹਿਕਮਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਕਾਰਵਾਈ ਕਰਨ, ਉਹਨਾਂ ਦੇ ਖਿਲਾਫ ਜੋ ਵੀ ਮਤਲਬ ਕੱਟਦੇ ਨੇ ਕਲੋਨੀਆਂ ਵਿਅਕਤੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ। ਸਾਨੂੰ ਨਾ ਹੀ ਇਹ ਕਿਤੇ ਮਹਿਕਮੇ ਪੰਜਾਬ ਦੇ ਵਿੱਚ ਸਾਨੂੰ ਲਿਖ ਕੇ ਭੇਜ ਰਹੇ ਨੇ ਕਿ ਆਹ ਕਲੋਨੀਆਂ ਅਣਅਧਿਕਾਰਤ ਨੇ, ਇਹਨਾਂ ਦੀ ਰਜਿਸਟਰੀ ਨਹੀਂ ਹੋ ਸਕਦੀ ਤੇ ਇਹ ਜਿਹੜੀਆਂ ਹੈਗੀਆਂ ਕਲੋਨੀਆਂ ਜਿਹੜੀਆਂ ਆਥੋਰਾਈਜ਼ ਨੇ ਇਹਨਾਂ ਦੀ ਰਜਿਸਟਰੀ ਹੋ ਸਕਦੀ ਹੈ। ਸਾਡੇ ਕੋਲ ਇਹਨਾਂ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਜਾਰੀ ਹੋ ਰਹੀ, ਜਦ ਕਿ ਟਾਰਗੇਟ ਸਿਰਫ ਸਾਨੂੰ ਬਣਾਇਆ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਸ ਚੀਜ਼ ਦੇ ਉੱਤੇ ਦੇਖੇ ਵੀ ਜੇਕਰ ਉਹ ਜ਼ਮੀਨ ਪੁੱਡਾ ਦੇ ਅੰਡਰ ਆਉਂਦੀ ਹੈ ਤਾਂ ਜਿਹੜੇ ਪੁੱਡਾ ਦੇ ਅਧਿਕਾਰੀ ਨੇ ਉਹੀ ਜ਼ਿੰਮੇਵਾਰ ਹੋਣੇ ਚਾਹੀਦੇ ਨੇ? ਦੇਖੋ ਜਿਹੜੀ ਐਨਓਸੀ ਨੌਨ ਆਬਜੈਕਸ਼ਨ ਸਰਟੀਫਿਕੇਟ ਹੈ ਉਹ ਪੁੱਡਾ ਵੱਲੋਂ ਜਾਰੀ ਕੀਤਾ ਜਾਣਾ ਬਣਦਾ ਤੇ ਜਾਂ ਫਿਰ ਜੇ ਕਮੇਟੀ ਹੈ ਤਾਂ ਸੰਬੰਧਿਤ ਕਮੇਟੀ ਵੱਲੋਂ ਜਾਰੀ ਕੀਤਾ ਜਾਣਾ ਹੁੰਦਾ। ਜਦ ਉਹ ਦੋਨੋਂ ਮਹਿਕਮਿਆਂ ਵੱਲੋਂ ਸਾਨੂੰ ਕੋਈ ਲਿਸਟਾਂ ਭੇਜ ਦੇਣ ਕਿ ਹਾਂ ਇਸ ਜਿਹੜੀ ਆ ਏਰੀਆ ਹੈਗਾ ਇਹਦੀ ਰਜਿਸਟਰੀ ਨਾ ਕਰੋ, ਇਹ ਅਣਅਧਿਕਾਰਤ ਕਲੋਨੀਆਂ ਨੇ ਤੇ ਜਿਹੜੀਆਂ ਆਥੋਰਾਈਜ਼ ਨੇ ਉਹਨਾਂ ਦੀ ਰਜਿਸਟਰੀ ਕਰੋ, ਤਾਂ ਸਾਨੂੰ ਕੋਈ ਲਿਸਟਾਂ ਇਹਨਾਂ ਨੇ ਹਾਲੇ ਤੱਕ ਪ੍ਰੋਵਾਈਡ ਨਹੀਂ ਕੀਤੀਆਂ। ਟਾਰਗੇਟ ਸਾਡਾ ਮਹਿਕਮਾ ਬਣ ਰਿਹਾ ਹੈ, ਇਹਨਾਂ ਦੇ ਤਾਂ ਕੋਈ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਜੇ ਲਿਸਟਾਂ ਜਾਰੀ ਕਰਨ ਇਹ ਸੰਬੰਧਿਤ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ, ਕਿਉਂ ਨਹੀਂ ਉਹ ਕਾਰਵਾਈ ਕਰਦੇ ਕਿ ਹਾਂ ਜਿਹੜੇ ਬੰਦੇ ਨੇ ਕਲੋਨੀ ਕੱਟੀ ਹੈ ਵੀ ਗਲਤ ਹੈ ਕਿ ਸਹੀ ਹੈ, ਮੌਕੇ ਤੇ ਚੈੱਕ ਕਰਨ। ਇਹਨਾਂ ਕੋਲ ਸਾਰਾ ਰਿਕਾਰਡ ਹੈ, ਸਾਡੇ ਕੋਲ ਕੋਈ ਇਹ ਰਿਕਾਰਡ ਪ੍ਰੋਵਾਈਡ ਨਹੀਂ ਕਰਾ ਰਹੇ। ਥੈਂਕ ਯੂ ਜੀ। ਸੋ ਇਹ ਸਨ ਨਾਇਬ ਤਹਿਸੀਲਦਾਰ ਸ੍ਰੀ ਜਗਦੀਪਿੰਦਰ ਸਿੰਘ ਸੋਢੀ ਜਿਹੜੇ ਕਿ ਪਾਇਲ ਦੇ ਨਾਇਬ ਤਹਿਸੀਲਦਾਰ ਸਾਹਿਬਾਨ ਨੇ। ਸੋ ਸਾਡੇ ਨਾਲ ਜੁੜੇ ਰਹੋ।